ਲੈ ਹੋ ਮੋਹੇ ਲੜ ਲਾਇਆ। ਭਇਆ ਸਮਾਹੜਾ ਹਰ ਰਤਨ ਬਿਸਾਹਾ ਰਾਮ। ਖੋਜੀ ਖੋਜ ਲੱਧਾ ਹਰ ਸੰਤਨ ਪਾਹਾ ਰਾਮ। ਮਿਲੇ ਸੰਤ ਪਿਆਰੇ ਦਇਆ ਤਾਰੇ। ਕਥੈ ਅਕਥ ਵਿਚਾਰੋ ਇਕ ਚਿਤ ਇਕ ਮਨ ਧਿਆਏ ਸੁਆਮੀ। ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ। ਮਿਲੈ ਹਰ ਜਸ ਲਾਹਾ ਬਿਨ ਬੰਤ ਨਾਨਕ ਦਾਸ ਤੇਰਾ। ਮੇਰਾ ਪ੍ਰਭ ਆਗਮ ਅਥਾਹ ਸਾਹਾ ਅਟਲ ਗਣਿਆ। ਪੂਰਨ ਸੰਜੋਗੋ ਰਾਮ ਸੁਖ ਹੈ ਸਮੂਹ ਪਿਆ। ਗਿਆ ਬਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ। ਬਣੇ ਅਚਰਜ ਜਾਂਝੀਆ ਮਿਲ ਇਕੱਤਰ ਹੋਏ ਸਹਿਜ ਢੋਏ। ਮਨ ਪ੍ਰੀਤ ਉਪਜੀ ਮਾਂਝੀਆ ਮਿਲ ਜੋਤ ਜੋਤੀ ਓਤ ਪੋਤੇ। ਹਰ ਨਾਮ ਸਭ ਰਸ ਭੋਗੂ ਬਿਨ ਬੰਤ ਨਾਨਕ ਸਭ ਸੰਤ ਮੇਲੇ। ਪ੍ਰਭ ਕਰਨ ਕਾਰਨ ਜੋਗੋ ਪਾਵਨ ਸੁਹਾਵੜਾ। ਧਰਤ ਸੁਭਾਗੇ ਰਾਮ ਪ੍ਰਭ ਘਰ ਆਇੜਾ। ਗੁਰ ਚਰਣੀ ਲਾਗੀ ਰਾਮ ਗੁਰ ਚਰਨ ਲਾਗੀ ਸਹਿਜ ਜਾਗੀ। ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਤੂਰੇ। ਹਰ ਮਿਲੇ ਕੰਤ ਬਿਛੁੰਨਿਆ ਆਨੰਦ ਆਨੰਦਿਨ ਬੱਜੇ ਬਾਜੇ। ਅਹੰਗ ਮਤ ਮਨ ਕੀ ਤਿਆਗੇ ਬਿਨ ਬੰਤ ਨਾਨਕ ਸ਼ਰਨ ਸੁਆਮੀ। ਸੰਤ ਸੰਗ ਲੇਵ ਲਾਗੇ ਆਨੰਦ ਆਨੰਦਿਨ ਬੱਜੇ ਬਾਜੇ। ਅਹੰਗ ਮਤ ਮਨ ਕੀ ਤਿਆਗੇ ਬਿਨ ਬੰਤ ਨਾਨਕ ਸ਼ਰਨ ਸੁਆਮੀ। ਸੰਤ ਸੰਗ ਲੇਵ ਲਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆ। ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਪਾਤਸ਼ਾਹ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਹਰੀ ਸਵਰੂਪ ਸਤ ਸੰਗਤ ਵੱਡੇ ਭਾਗ ਹਨ ਕਿ ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਗੁਣੀ ਭਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ। ऐसे महान ग्रंथ कि दुनिया के जिन्ने विद्वानां वल्लों गुणी जनां वल्लों जो जो बाणियां कईयां गईयां उचारियां गईयां लिखियां गईयां उन्हां सारियां बाणियां दी गुरु श्री गुरु ग्रंथ साहिब जी की पावन अमृत बाणी है। ऐसे दीन दयाल सतगुरां दे चरनां विच हाजरियां भर के वैराग ते त्याग दी महान मूरत
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਦੀ ਚਰਨ ਧੂੜ ਆਪ ਜੀ ਪ੍ਰਾਪਤ ਕਰ ਰਹੇ ਹੋ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤੇ ਹਨ। ਬਿਲਾਵਲ ਰਾਗ ਦੇ ਛੰਤਾਂ ਚੋਂ ਅੱਜ ਦੇ ਪਾਵਨ ਅੰਮ੍ਰਿਤ ਬਚਨ ਦੀ ਦਾਤ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਦਰਸ਼ਨ ਦਿਦਾਰੇ ਬਖਸ਼ਦਿਆਂ ਸਾਨੂੰ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇਕਾਗਰਤਾ ਬਣਾਉਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਪਾਵਨ ਪਵਿੱਤਰ ਛੰਤ ਆਪਣੇ ਪਵਿੱਤਰ ਮੁਖਾਰ ਬਿੰਦ ਚੋਂ ਉਚਾਰਨ ਕਰਕੇ ਬਖਸ਼ਿਸ਼ ਕਰ ਰਹੇ ਨੇ। ਮੰਗਲ ਕੀਤਾ ਹੈ ਛੰਤ ਆਰੰਭਣ ਤੋਂ ਪਹਿਲਾਂ ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਪ੍ਰਸਾਦ ਦੁਆਰਾ ਪਾਰ ਬ੍ਰਹਮ ਪਰਮੇਸ਼ਰ ਦੇ ਵਿਆਪਕ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਹਨ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ RAM। ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਜਦੋਂ ਅਸੀਂ ਆਪਣੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਨੂੰ ਗਾਵਿਆ, ਅਕਾਲ ਪੁਰਖ ਦੀ ਵਡਿਆਈ ਨੂੰ ਗਾਵਿਆ, ਤਾਂ ਉਹਦੀ ਵਡਿਆਈ ਗਾ ਕੇ ਆਪਣੇ ਮਾਲਕ ਦੀਆਂ ਸਿਫਤਾਂ ਕਰਕੇ ਮੰਗਲ ਸਾਜ ਪਿਆ। ਮੰਗਲ ਕਹਿੰਦੇ ਨੇ ਖੁਸ਼ੀਆਂ ਨੂੰ। ਸਾਡੇ ਅੰਦਰ ਖੁਸ਼ੀਆਂ ਦਾ ਆਰੰਭ ਹੋ ਗਿਆ। ਸਾਜ ਪਿਆ ਦਾ ਮਤਲਬ ਵੀ ਆਰੰਭਤਾ ਹੋ ਗਈ, ਮਨ ਵਿੱਚ ਖੇੜੇ ਤੇ ਖੁਸ਼ੀ ਦੀ ਆਰੰਭਤਾ ਹੋ ਗਈ ਜਦੋਂ ਅਸੀਂ ਆਪਣੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੂੰ ਗਾਵਿਆ, ਉਹਦੀ ਸਿਫਤ ਨੂੰ ਗਾਵਿਆ। ਇਸੇ ਕਰਕੇ ਗੁਰਮੁਖ ਜਨ ਆਪਣੇ ਮਾਲਕ ਦੇ ਚਰਨਾਂ ਚੋਂ ਦਾਨ ਹੀ ਇਹ ਮੰਗਦੇ ਨੇ, ਮਹਾਰਾਜ ਇਹ ਕਿਰਪਾ ਕਰਕੇ ਦਾਨ ਬਖਸ਼ੋ ਕਿ ਰਾਤ ਦਿਨ ਤੁਹਾਡੀ ਸਿਫਤ ਨੂੰ ਗਾਵੀਏ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਦੋਂ ਆਪਣੇ ਪ੍ਰਭੂ ਨੂੰ ਗਾਵੀਏ ਤਾਂ ਅੰਦਰ ਖੇੜਿਆਂ ਤੇ ਖੁਸ਼ੀਆਂ ਦਾ ਸਾਜ ਬਣ ਗਿਆ, ਆਰੰਭਤਾ ਹੋ ਗਈ, ਹਿਰਦਾ ਵਿਗਾਸ ਨਾਲ ਭਰ ਗਿਆ। ਗੁਰਮੁਖ ਜਨ ਜਦੋਂ ਆਪਣੇ ਮਾਲਕ ਦੀ ਬਾਣੀ ਦਾ ਕੀਰਤਨ ਸੁਣਦੇ ਹਨ ਔਰ ਪ੍ਰੇਮ ਸਹਿਤ ਜਦੋਂ ਕੀਰਤਨ ਗਾਇਨ ਕਰਦੇ ਹਨ, ਉਸ ਵੇਲੇ ਜੋ ਸੁੱਖ ਜੋ ਆਨੰਦ ਉਹਨਾਂ ਨੂੰ ਆਪਣੇ ਅੰਦਰ ਪ੍ਰਾਪਤ ਹੁੰਦਾ ਹੈ, ਉਸ ਨੂੰ ਬੈਕੁੰਠ ਦਾ ਸੁੱਖ ਕਿਹਾ ਜਾਂਦਾ, ਸੱਚਖੰਡ ਦਾ ਸੁੱਖ ਕਿਹਾ ਜਾਂਦਾ। ਪਾਤਸ਼ਾਹ ਨੇ ਉਸ ਅਸਥਾਨ ਨੂੰ ਬੈਕੁੰਠ ਕਿਹਾ, ਉਸ ਜਗ੍ਹਾ ਨੂੰ ਸੱਚਖੰਡ ਕਿਹਾ ਜਿਸ ਜਗ੍ਹਾ ਤੇ ਬਹਿ ਕੇ ਪਰਮੇਸ਼ਰ ਦਾ ਕੀਰਤਨ ਗਾਵੀਏ। ਪਾਤਸ਼ਾਹ ਕਹਿੰਦੇ, ਹੇ ਪ੍ਰਭੂ, ਜਿੱਥੇ ਤੇਰਾ ਕੀਰਤਨ ਗਾਵਿਆ ਜਾਂਦਾ ਉਹ ਥਾਂ ਬੈਕੁੰਠ ਹੈ, ਉਹ ਥਾਂ ਸੱਚਖੰਡ ਹੈ। ਬੈਕੁੰਠ ਜਿੱਥੇ ਕੁੰਠਾ ਨਾ ਹੋਵੇ। ਬੈਕੁੰਠ ਕਿਸ ਨੂੰ ਕਹਿੰਦੇ ਨੇ? ਜਿੱਥੇ ਕਿਸੇ ਪ੍ਰਕਾਰ ਦੀ ਕੁੰਠਾ ਨਾ ਹੋਵੇ, ਕੋਈ ਚਿੰਤਾ, ਕਿਸੇ ਪ੍ਰਕਾਰ ਦਾ ਕੋਈ ਫਿਕਰ, ਕੋਈ ਦੁੱਖ, ਕੋਈ ਗਮ, ਕੋਈ ਸ਼ੰਕਾ, ਕੋਈ ਸੰਦੇਹ, ਭਰਮ ਨਾ ਹੋਵੇ, ਉਹਨੂੰ ਕਹਿੰਦੇ ਨੇ ਬੈਕੁੰਠ। ਹੇ ਪ੍ਰਭੂ, ਜਿੱਥੇ ਤੇਰਾ ਕੀਰਤਨ ਗਾਇਆ ਜਾਂਦਾ ਹੈ ਉਹ ਥਾਂ ਬੈਕੁੰਠ ਹੈ।
ਤੋ ਆਪਣੇ ਪ੍ਰਭੂ ਦੀ ਸਿਫਤ ਨੂੰ ਗਾ ਕੇ ਗੁਰਮੁਖਾਂ ਦੇ ਹਿਰਦਿਆਂ ਵਿੱਚ ਖੁਸ਼ੀਆਂ ਦੇ ਸਾਜ ਦੀ ਆਰੰਭਤਾ ਹੋ ਗਈ। ਅਬਨਾਸੀ ਬਾਰ ਸੁਣਿਆ ਮਨ ਉਪਜਿਆ ਚਾਇਆ RAM। ਜਦੋਂ ਜਗਿਆਸੂਆਂ ਨੇ ਸੁਣਿਆ ਕਿ ਸਾਡਾ ਪ੍ਰਭੂ ਜੋ ਅਬਨਾਸੀ ਵਰ ਹੈ, ਅਬਨਾਸੀ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਐਸਾ ਅਬਨਾਸੀ ਪਤੀ ਪਰਮੇਸ਼ਰ, ਉਹ ਸਾਡਾ ਮਾਲਕ ਹੈ, ਸਾਡਾ ਪਤੀ ਹੈ। ਜਦੋਂ ਉਹਦੇ ਬਾਰੇ ਜਗਿਆਸੂਆਂ ਨੇ ਸੁਣਿਆ ਤਾਂ ਸੁਣ ਕੇ ਉਹਨਾਂ ਜਗਿਆਸੂਆਂ ਦੇ ਮਨਾਂ 'ਚ ਚਾਅ ਪੈਦਾ ਹੋਇਆ। ਮਨ ਉਪਜਿਆ ਚਾਇਆ RAM। ਤਿਨਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦਾ ਚਾਅ ਪੈਦਾ ਹੋਇਆ। ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲਿਐ ਪੂਰਨ ਪਤੀ। ਵੱਡਿਆਂ ਭਾਗਾਂ ਵਾਲਿਆਂ ਦੇ ਦਿਲਾਂ ਵਿੱਚ ਪਰਮੇਸ਼ਰ ਦੀ ਪ੍ਰੀਤ ਵਸ ਜਾਂਦੀ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਦੇ ਮਨ 'ਚ ਪਰਮੇਸ਼ਰ ਦੀ ਪ੍ਰੀਤ ਲੱਗਦੀ ਹੈ ਔਰ ਪ੍ਰੇਮ ਸਹਿਤ ਉਹ ਆਪਣੇ ਹਿਰਦੇ 'ਚ ਤਾਂਘ ਰੱਖਦੇ ਨੇ ਕਿ ਹੇ ਪੂਰਨ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸਾਨੂੰ ਕਦੋਂ ਮਿਲੋਗੇ, ਅਸੀਂ ਤੁਹਾਨੂੰ ਕਦੋਂ ਮਿਲਾਂਗੇ। ਇਹ ਤਾਂਘ ਤੇ ਜਗਿਆਸਾ ਉਹਨਾਂ ਗੁਰਮੁਖਾਂ ਦੇ ਹਿਰਦਿਆਂ 'ਚ ਉੱਠਦੀ ਹੈ ਜਿਨ੍ਹਾਂ ਅੰਦਰ ਉਸ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਹੈ। ਸਹਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ। ਸਹਿਜ ਦੇ ਵਿੱਚ ਉਹ ਗੁਰਮੁਖ ਸਮਾ ਜਾਂਦੇ ਨੇ, ਗੋਬਿੰਦ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਨੇ। ਜਾਂ ਇਦਾਂ ਕਹਿ ਲਈਏ, ਜਿਹੜੇ ਉਸ ਸਹਿਜ ਵਿੱਚ ਸਮਾ ਗਏ ਨੇ, ਜਿਨ੍ਹਾਂ ਨੇ ਉਸ ਗੋਬਿੰਦ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਮੈਂ ਉਹਨਾਂ ਰੱਬ ਦੇ ਪਿਆਰਿਆਂ ਸਖੀਆਂ ਨੂੰ ਇਹ ਬੇਨਤੀ ਕਰਕੇ ਪੁੱਛਦਾ ਕਿ ਮੈਨੂੰ ਵੀ ਉਹ ਮਤ ਦਿਓ ਜਿਸ ਮਤ ਨੂੰ ਪ੍ਰਾਪਤ ਕਰਕੇ ਮੈਂ ਉਸ ਪ੍ਰਭੂ ਦੇ ਸਰੂਪ ਦੀ ਪ੍ਰਾਪਤੀ ਕਰ ਸਕਾਂ। ਦੇਹੋ ਸਖੀਏ ਮੋਹਿ ਮਤੇ, हे ਸਖੀਓ ਮੈਨੂੰ ਵੀ ਐਸੀ ਮਤ ਦੇਵੋ ਕਿ ਅਸੀਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਸਕੀਏ। ਦਿਨ ਰਹਿਣ ਠਾਡੀ ਕਰੋ ਸੇਵਾ ਪ੍ਰਭ ਕਾਵਨ ਜੁਗਤੀ ਪਾਇਆ। ਇਹ ਰੱਬ ਦੇ ਪਿਆਰਿਓ, ਜੇ ਤੁਸੀਂ ਸਾਨੂੰ ਦੱਸ ਦਿਓ ਕਿ ਕਿਹੜੀ ਜੁਗਤੀ ਨਾਲ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ, ਕਿਸ ਜੁਗਤੀ ਨਾਲ ਪ੍ਰਭੂ ਦੇ ਸਰੂਪ ਦੀ ਅਭੇਦਤਾ ਪ੍ਰਾਪਤ ਹੁੰਦੀ ਹੈ, ਤਾਂ ਰਾਤ ਦਿਨ ਤੁਹਾਡੇ ਦਰਾਂ ਤੇ ਖਲੋ ਕੇ ਤੁਹਾਡੀ ਸੇਵਾ ਕਰਾਂ। ਜੇ ਤੁਸੀਂ ਦੱਸ ਦੇਵੋ ਕਿ ਕਿਸ ਜੁਗਤੀ ਨਾਲ ਪ੍ਰਭੂ ਦੇ ਸਰੂਪ ਦੀ ਪ੍ਰਾਪਤੀ ਕਰੀਦੀ ਹੈ, ਤਾਂ ਰਾਤ ਦਿਨ ਤੁਹਾਡੇ ਦਰ ਤੇ ਖਲੋ ਕੇ ਤੁਹਾਡੀ ਸੇਵਾ ਕਰਾਂ। ਬਿਨ ਬੰਤ ਨਾਨਕ ਕਰਹੁ ਕਿਰਪਾ ਲੈਹੋ ਮੋਹਿ ਲੜ ਲਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਫਿਰ ਉਹ ਰੱਬ ਦੇ ਪਿਆਰੇ ਦੱਸਦੇ, ਅੱਗੋਂ ਜੁਗਤੀ ਦੱਸਦੇ ਨੇ। ਕੀ ਜੁਗਤੀ ਦੱਸਦੇ ਨੇ? ਕਹਿੰਦੇ, ਹੇ ਭਾਈ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ ਤੇ ਆਖੋ, ਹੇ ਪ੍ਰਭੂ ਕਿਰਪਾ ਕਰਕੇ ਸਾਨੂੰ ਆਪਣੇ ਲੜ ਲਾ ਲਵੋ, ਸਾਨੂੰ ਆਪਣਾ ਆਸਰਾ ਬਖਸ਼ ਦਿਓ। ਕਰੋ ਕਿਰਪਾ, हे ਪ੍ਰਭੂ ਜੀ ਕਿਰਪਾ ਕਰੋ, ਲੈਹੋ ਮੋਹਿ ਲੜ ਲਾਇਆ। ਮਹਾਰਾਜ ਜੀ ਸਾਨੂੰ ਆਪਣਾ ਪੱਲਾ ਬਖਸ਼ ਦਿਓ, ਸਾਨੂੰ ਆਪਣਾ ਆਸਰਾ ਪ੍ਰਦਾਨ ਕਰ ਦੇਵੋ। ਇਉਂ ਉਸ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਜੋਦੜੀਆਂ ਤੇ ਅਰਦਾਸਾਂ ਕਰੋ। ਭਇਆ ਸਮਾਹੜਾ ਹਰ ਰਤਨ ਬਿਸਾਹਾ ਰਾਮ। ਕਹਿੰਦੇ ਜਦੋਂ ਹਰੀ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਵਿਹਾਜਿਆ, ਯਾਨੀ ਕਿ ਨਾਮ ਦੀ ਕਮਾਈ ਕੀਤੀ, ਤੇ ਜਿਨ੍ਹਾਂ ਨੇ ਨਾਮ ਕਮਾਇਆ, ਨਾਮ ਦਾ ਅਭਿਆਸ ਕੀਤਾ, ਉਹਨਾਂ ਦੇ ਹਿਰਦਿਆਂ ਵਿੱਚ ਭਇਆ ਸਮਾਹੜਾ, ਆਨੰਦ ਵਰਤ ਗਿਆ। ਸਮਾਹੜਾ ਦੇ ਦੋ ਅਰਥ ਨੇ, ਇੱਕ ਹੈ ਆਨੰਦ, ਦੂਸਰਾ ਹੈ ਧੀਰਜ। ਦੋਵੇਂ ਅਰਥ ਹੀ ਲਾਗੂ ਹੋ ਜਾਂਦੇ ਹਨ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਵਿਹਾਜਿਆ, ਉਹਨਾਂ ਦੇ ਅੰਦਰ ਆਨੰਦ ਬਣ ਗਿਆ, ਉਹ ਧੀਰਜ ਦੇ ਸਹਿਤ ਹੋ ਗਏ। ਖੋਜੀ ਖੋਜ ਲੱਥਾ
ਹਰ ਸੰਤਨ ਪਾਹਾ ਰਾਮ। ਖੋਜੀਆਂ ਨੇ ਪਰਮੇਸ਼ਰ ਦਾ ਖੋਜ ਰਾਹ ਲੱਭ ਲਿਆ। ਜਿਹੜੇ ਖੋਜੀ ਸੀ ਉਹਨਾਂ ਨੇ ਪਰਮੇਸ਼ਰ ਦੇ ਘਰ ਦਾ ਖੋਜ ਰਸਤਾ ਲੱਭ ਲਿਆ। ਕਿੱਥੋਂ ਲੱਭਿਆ? ਕਹਿੰਦੇ ਉਹਨਾਂ ਨੂੰ ਪਤਾ ਲੱਗਾ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਆਪਣੇ ਸੰਤਾਂ ਦੇ ਪਾਸ ਹੀ ਰਹਿੰਦਾ। ਹਰ ਸੰਤਨ ਪਾਹਾ ਰਾਮ, ਕਿ ਉਹ ਹਰੀ ਆਪਣੇ ਸੰਤ ਜਨਾਂ ਦੇ ਪਾਸ ਹੀ ਰਹਿੰਦਾ। ਇਹ ਖੋਜੀਆਂ ਨੇ ਖੋਜ ਲੱਭਿਆ ਉਸ ਪਰਮੇਸ਼ਰ ਦੇ ਘਰ ਦਾ। ਮਿਲੇ ਸੰਤ ਪਿਆਰੇ ਦਇਆ ਤਾਰੇ, ਕਥ ਹੈ ਅਕਥ ਵਿਚਾਰੋ। ਰੱਬ ਦੇ ਪਿਆਰੇ ਸੰਤ ਜਨ ਜਦੋਂ ਦਇਆ ਧਾਰ ਕੇ ਮਿਲੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਅਕਥ ਪ੍ਰਭੂ ਪਰਮੇਸ਼ਰ ਦੀ ਕਥਾ ਨੂੰ ਕਥਨ ਕੀਤਾ, ਅਕਥ ਕਥਾ ਦੀ ਵਿਚਾਰ ਕੀਤੀ। ਇਕ ਚਿਤ ਇਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਇਹ ਭਾਈ ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਭੂ ਨੂੰ ਸੁਆਮੀ ਨੂੰ ਧਿਆਈਏ। ਆਪਣੇ ਹਿਰਦੇ 'ਚ ਉਸ ਅਕਾਲ ਪੁਰਖ ਪਰਮੇਸ਼ਰ ਦੀ ਪ੍ਰੀਤ ਪਾ ਕੇ, ਅਕਾਲ ਪੁਰਖ ਦਾ ਪਿਆਰ ਪਾ ਕੇ ਧਿਆਵੀਏ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹਾ। ਹੱਥ ਜੋੜ ਕੇ ਆਪਣੇ ਪ੍ਰਭੂ ਦੇ ਪਾਸ ਬੇਨਤੀ ਕਰੀਏ ਕਿ हे ਪ੍ਰਭੂ ਸਾਨੂੰ ਆਪਣਾ ਹਰੀ ਜਸ ਬਖਸ਼ੋ। ਕਹਿੰਦੇ ਬੇਨਤੀ ਕਰਨੇ ਤੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਜਸ ਦਾ ਲਾਹਾ ਉਹ ਜਗਿਆਸੂਆਂ ਤੇ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਬਿਨ ਬੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਆਗਮ ਅਥਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, हे ਪ੍ਰਭੂ ਮੈਂ ਤੇਰਾ ਦਾਸ ਹਾਂ, ਤੂੰ ਅਗੰਮ ਤੇ ਅਥਾਹ, ਅਪਹੁੰਚ ਤੇ ਤੇਰੀ ਕੋਈ ਥਾਂ ਨਹੀਂ। ਤੂੰ ਮੇਰਾ ਸੁਆਮੀ ਹੈ, ਮੇਰਾ ਪ੍ਰਭੂ ਹੈ, ਔਰ ਮੈਂ ਤੇਰੇ ਦਰ ਘਰ ਦਾ ਦਾਸ ਹਾਂ, ਸੇਵਕ ਹਾਂ। ਸ਼ਾਹ ਅਟਲ ਗਣਿਆ, ਪੂਰਨ ਸੰਜੋਗੋ ਰਾਮ। ਸੰਤ ਜਨਾਂ ਨੇ ਸਾਹੇ ਦੀ ਤਿਥ ਵੇਖੀ, ਸਾਹਾ ਵਿਆਹ ਦੀ ਤਰੀਕ ਮਿਥੀ। ਸੰਤ ਜਨਾਂ ਨੇ ਵੇਖਿਆ ਕਿ ਜਗਿਆਸੂ ਹੈ, ਅਧਿਕਾਰੀ ਹੈ, ਇਹ ਹੈ ਸਾਹਾ ਗਣਨਾ। ਸੰਤ ਜਨਾਂ ਨੇ ਸਾਹਾ ਗਣਿਆ, ਯਾਨੀ ਕਿ ਵੇਖਿਆ ਵੀ ਇਹ ਜਗਿਆਸੂ ਹੈ, ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ ਇਹਦੇ ਅੰਦਰ। ਤੇ ਉਹਨਾਂ ਨੇ ਉਪਦੇਸ਼ ਦਿੱਤਾ, ਵਿਵੇਕ ਦੀ ਵਿਚਾਰ ਕੀਤੀ, ਤਤ ਤੇ ਮਿਥਿਆ ਕੀ ਹੈ, ਇਹ ਵਿਚਾਰ ਦੁਆਰਾ ਅਕਾਲ ਪੁਰਖ ਪਰਮੇਸ਼ਰ ਨਾਲ ਇਹਦਾ ਪੂਰਨ ਸੰਜੋਗ ਬਣਾ ਦਿੱਤਾ। ਯਾਨੀ ਕਿ ਸਾਧੂਆਂ ਦੀ ਸੰਗਤ ਦਾ ਇਹ ਮਹਾਤਮ ਹੈ ਕਿ ਤਿਨਾਂ ਦੇ ਸੰਗ ਵਿੱਚ ਪਰਮੇਸ਼ਰ ਦਾ ਰੰਗ ਹਿਰਦੇ ਨੂੰ ਆ ਚੜ੍ਹਦਾ ਹੈ। ਸੁਖ ਹੈ ਸਮੂਹ ਪਿਆ, ਗਿਆ ਬਿਜੋਗੁ ਰਾਮ। ਪੂਰਨ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਕਰਕੇ ਹੁਣ ਸਾਰੇ ਸੁਖ ਪ੍ਰਾਪਤ ਹੋ ਗਏ। ਸੁਖ ਹੈ ਸਮੂਹ ਭਇਆ, ਸਾਰੇ ਸੁਖ ਹਾਸਲ ਹੋ ਗਏ। ਜਿੰਨੇ ਵਿਜੋਗ ਸਨ, ਝੋਰੇ ਸਨ, ਉਹ ਸਾਰੇ ਵਿਜੋਗ ਤੇ ਝੋਰੇ ਦੂਰ ਹੋ ਗਏ। ਮਿਲ ਸੰਤ ਆਏ ਪ੍ਰਭ ਤੇ ਆਏ, ਬਣੇ ਅਚਰਜ ਜਾਂਝੀਆ। ਪ੍ਰਭੂ ਦੇ ਸੰਤ ਜਨ ਮਿਲ ਕੇ ਆਏ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਉਣਾ ਕੀਤਾ। ਕਹਿੰਦੇ ਅਚਰਜ ਜਾਂਝੀ ਨੇ ਜੋ ਮੈਨੂੰ ਪਰਣਾਉਣ ਵਾਸਤੇ ਆਏ ਹਨ। ਰੱਬ ਦੇ ਪਿਆਰੇ ਸੰਤ ਜਨ ਅਚਰਜ ਜਾਂਝੀ ਨੇ ਜੋ ਜਾਂਝੀ ਬਣ ਕੇ ਆਏ ਹਨ। ਮਿਲ ਇਕੱਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਝੀਆ। ਮਿਲ ਕੇ ਇਕੱਤਰ ਹੋਏ, ਸਹਿਜੇ ਹੀ ਢੁਕਾਓ ਹੋਇਆ। ਤੇ ਇਹਨਾਂ ਜਾਂਝੀਆਂ ਨੂੰ ਵੇਖ ਕੇ ਜਿਹੜੇ ਮਾਂਝੀ ਸੀ, ਜਗਿਆਸੂ ਸੀ, ਉਹਨਾਂ ਅੰਦਰ ਵੀ ਪ੍ਰੀਤ ਉਪਜਾਈ ਕਿ ਜਿਵੇਂ ਇਹ ਉਸ ਪ੍ਰਭੂ ਪਤੀ ਨੂੰ ਮਿਲੇ ਹੋਏ ਨੇ, ਅਸੀਂ ਵੀ ਉਸ ਪ੍ਰਭੂ ਪਤੀ ਦੇ ਦਰਸ਼ਨ ਕਰੀਏ। ਕਿਉਂਕਿ ਸੰਤ ਜਨਾਂ ਦੀ ਸੰਗਤ ਕਰਕੇ ਮਨ 'ਚ ਚਾਅ ਪੈਦਾ ਹੁੰਦਾ ਉਸ ਪ੍ਰਭੂ ਨੂੰ ਮਿਲਣ ਦਾ। ਪਾਤਸ਼ਾਹ ਦੇ ਬਚਨ ਹਨ, ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਰੱਬ ਦੇ ਪਿਆਰਿਆਂ ਨੂੰ ਵੇਖ ਕੇ ਮੇਰੇ ਮਨ 'ਚ ਚਾਅ ਪੈਦਾ ਹੋਇਆ
ਕਿ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਸਾਨੂੰ ਪ੍ਰਾਪਤੀ ਕਿਵੇਂ ਹੋਵੇ। ਇਹ ਚਾਅ ਮਾਂਜੀਆਂ ਦੇ ਹਿਰਦਿਆਂ ਵਿੱਚ ਵੀ ਪੈਦਾ ਹੋਇਆ, ਯਾਨੀ ਕਿ ਜਿਹੜੇ ਜਗਿਆਸੂ ਸਨ ਉਹਨਾਂ ਅੰਦਰ ਵੀ ਰੀਝ ਪੈਦਾ ਹੋਈ ਉਸ ਪ੍ਰਭੂ ਨੂੰ ਮਿਲਣ ਦੀ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਹਰੀ ਦੇ ਨਾਮ ਦੇ ਰਸ ਵਿੱਚੋਂ ਜਿਨ੍ਹਾਂ ਨੇ ਸਾਰੇ ਹੀ ਰਸ ਭੋਗ ਲਏ ਨੇ, ਉਹਨਾਂ ਦੀ ਆਤਮਾ ਉਸ ਪਰਮ ਆਤਮਾ ਵਿੱਚ ਇਉਂ ਵਿਲੀਨ ਹੋ ਜਾਂਦੀ ਹੈ ਜਿਵੇਂ ਤਾਣਾ ਤੇ ਪੇਟਾ ਜੁਲਾਏ ਦੀ ਖੱਡੀ ਉੱਤੇ ਇੱਕ ਦੂਜੇ ਨਾਲ ਮਿਲੇ ਹੁੰਦੇ ਨੇ। ਏਦਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੇ ਵਿੱਚ ਓਤ ਪੋਤ ਹੋ ਜਾਂਦੇ ਆ। ਹਾਂਜੀ। ਬਿਨ ਬੰਤ ਨਾਨਕ ਸਭ ਸੰਤ ਮੇਲੇ, ਪ੍ਰਭ ਕਰਨ ਕਾਰਨ ਜੋਗੋ। ਇਹ ਸੰਤ ਜਨੋ ਤੁਸੀਂ ਮਿਲ ਕੇ ਇਕੱਤਰ ਹੋਵੋ ਔਰ ਮੇਲੀ ਬਣ ਕੇ ਆਵੋ ਤੇ ਵਿਚਾਰ ਕਰੋ ਕਿ ਉਹ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਸਭ ਕੁਝ ਕਰਨ ਦੇ ਸਮਰੱਥ ਹੈ ਔਰ ਕਾਰਨ ਹੈ ਸਾਰੇ ਜਗਤ ਦਾ। ਪਾਵਨ ਸੁਹਾਵੜਾ ਧਰਤ ਸੁਭਾਗੀ ਰਾਮ। ਜਿਨ੍ਹਾਂ ਦੇ ਹਿਰਦਿਆਂ 'ਚ ਪਰਮੇਸ਼ਰ ਦਾ ਭਜਨ ਹੋਵੇ ਉਹਨਾਂ ਦਾ ਹਿਰਦਾ ਰੂਪੀ ਭਵਨ ਸੁਹਾਵੜਾ ਤੇ ਸਰੀਰ ਰੂਪੀ ਧਰਤੀ ਵੀ ਭਾਗਾਂ ਵਾਲੀ ਹੈ। ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ। ਕਹਿੰਦੇ ਜਿਹੜੇ ਗੁਰਮੁਖ ਗੁਰੂ ਦੇ ਚਰਨਾਂ ਨਾਲ ਲੱਗ ਗਏ, ਜੁੜ ਗਏ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਪ੍ਰਭੂ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਤੱਖ ਹੋ ਜਾਂਦਾ ਹੈ। ਗੁਰ ਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁੰਨੀਆ। ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਦੇ ਚਰਨਾਂ ਨਾਲ ਲੱਗੀਆਂ ਹਨ, ਉਹ ਸਹਿਜੇ ਗਿਆਨ ਦੀ ਅਵਸਥਾ 'ਚ ਜਾਗ ਗਈਆਂ ਹਨ। ਉਹਨਾਂ ਦੀਆਂ ਸਾਰੀਆਂ ਹੀ ਇੱਛਾਵਾਂ ਮਾਲਕ ਨੇ ਪਰਮੇਸ਼ਰ ਨੇ ਪੂਰਨ ਕਰ ਦਿੱਤੀਆਂ ਹਨ। ਮੇਰੀ ਆਸ ਪੂਰੀ ਸੰਤ ਤੂਰੀ, ਹਰ ਮਿਲੇ ਕੰਤ ਵਿਛੁੰਨਿਆ। ਮੇਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ। ਸੰਤ ਜਨਾਂ ਦੇ ਚਰਨਾਂ ਦੀ ਧੂੜੀ ਦੀ ਬਰਕਤ ਕਰਕੇ ਮੈਂ ਚਿਰਾਂ ਤੋਂ ਵਿਛੜੀ ਹੋਈ ਨੂੰ ਪਾਰ ਬ੍ਰਹਮ ਪਰਮੇਸ਼ਰ ਕੰਤ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਆਨੰਦ ਆਨ ਦਿਨ ਬਜੇ ਬਾਜੇ, ਅਹੰਗ ਮਤ ਮਨ ਕੀ ਤਿਆਗੀ। ਮੇਰੇ ਹਿਰਦੇ ਰੂਪੀ ਘਰ ਵਿੱਚ ਅਨ ਦਿਨ ਰਾਤ ਦਿਨ ਅਠੇ ਪਹਿਰ ਆਨੰਦ ਵੱਜਦਾ ਹੈ। ਮੈਂ ਆਪਣੇ ਹਿਰਦੇ ਚੋਂ ਹੰਕਾਰ ਵਾਲੀ ਮਤ ਨੂੰ, ਮਨ ਦੇ ਵਿੱਚੋਂ ਹੰਕਾਰ ਵਾਲੀ ਮਤ ਨੂੰ ਤਿਆਗ ਦਿੱਤਾ ਹੈ। ਬਿਨ ਬੰਤ ਨਾਨਕ ਸ਼ਰਨ ਸੁਆਮੀ, ਸੰਤ ਸੰਗ ਲੇਵ ਲਾਗੀ। ਸ਼ਬਦ ਦੀ ਅਖੀਰਲੀ ਪੰਕਤੀ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਸੰਤ ਜਨਾਂ ਦੀ ਸੰਗਤ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਮੇਰੇ ਹਿਰਦੇ 'ਚ ਲਿਵ ਲੱਗ ਗਈ ਹੈ। ਸੰਤ ਸੰਗ ਲਿਵ ਲਾਗੀ, ਸੰਤ ਸੰਗ ਲਿਵ ਲਾਗੀ। ਸੰਤ ਸੰਗ ਲੇਵ ਲਾਗੀ, ਸੰਤ ਸੰਗ ਲੇਵ ਲਾਗੀ। ਇਹ ਸੰਤ ਜਨਾਂ ਦੀ ਸੰਗਤ ਦਾ ਪ੍ਰਤਾਪ ਹੈ ਕਿ ਤਿਨਾਂ ਦੀ ਸੰਗਤ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਨਾਲ ਲਿਵ ਲੱਗ ਗਈ।